ਐਮਏ ਭਾਗ ਪਹਿਲਾ ਸਾਹਿਤ ਆਲੋਚਨਾ ਦੇ ਸਿਧਾਂਤ ਵਿੱਚ ਅੱਜ ਦਾ ਲੈਕਚਰ ਹੈ ਭਾਰਤੀ ਕਾਵਿ ਸ਼ਾਸਤਰ ਦੇ ਆਧਾਰ ਤੇ ਕਾਵਿ ਦੇ ਭੇਦ। ਕਾਵਿ ਕਿੰਨੇ ਕਿਸਮ ਦਾ ਹੁੰਦਾ ਹੈ, ਇਹ ਚਰਚਾ ਦਾ ਵਿਸ਼ਾ ਹੈ। ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਵਿਦਵਾਨ ਨੇ, ਆਚਾਰਿਆ ਲੋਕ ਨੇ, ਅਲੱਗ-ਅਲੱਗ ਆਧਾਰਾਂ ਤੇ ਕਾਵਿ ਦੇ ਅਲੱਗ-ਅਲੱਗ ਭੇਦ ਦੱਸਦੇ ਨੇ। ਉਹਨਾਂ ਦੀਆਂ ਕਿਸਮਾਂ ਕੀ ਨੇ, ਇਹੀ ਇਹਦੇ ਵਿੱਚ ਚਰਚਾ ਹੈ ਕਿ ਕਾਵਿ ਕਿੰਨੇ ਕਿਸਮ ਦਾ ਹੈ। ਭਾਰਤੀ ਕਾਵਿ ਸ਼ਾਸਤਰ ਭਾਰਤੀ ਆਚਾਰਿਆ ਲੋਕਾਂ ਦੇ ਅਨੁਸਾਰ ਕਾਵਿ ਦੇ ਕਿੰਨੇ ਭੇਦ ਹੋ ਸਕਦੇ ਨੇ ਔਰ ਉਹਨਾਂ ਭੇਦਾਂ ਦੇ ਆਧਾਰ ਕੀ ਹੋ ਸਕਦੇ ਨੇ। ਨਾਲ ਪੜਾਂਗੇ, ਨਾਲ ਡਿਸਕਸ ਕਰਾਂਗੇ। ਇਹ ਸਾਨੂੰ ਜਿਹੜਾ ਹੈ ਪ੍ਰੋਪਰਲੀ ਕਿਤਾਬ ਦੇ ਪੰਨੇ ਮੈਂਸ਼ਨ ਨੇ, ਇਸ ਲਈ ਸਾਨੂੰ ਉਹਦੀ ਜਿਹੜੀ ਹੈ ਰੀਡਿੰਗ ਵੀ ਨਾਲ ਟੈਕਸਟ ਦੀ ਕਰਨੀ ਚਾਹੀਦੀ ਹੈ। ਭਾਰਤੀ ਕਾਵਿ ਸ਼ਾਸਤਰ ਵਿੱਚ ਕਹਿੰਦੇ ਕਾਵਿ ਸ਼ਬਦ ਸਿਰਫ ਛੰਦਬੱਧ ਰਚਨਾ ਲਈ ਨਹੀਂ ਵਰਤਿਆ ਜਾਂਦਾ ਕਿ ਸਿਰਫ ਉਹ ਛੰਦਬੱਧ ਹੋਵੇ, ਪਰ ਨਾਲੋਂ ਨਾਲ ਉਹਦੇ ਵਿੱਚ ਸਾਰੀ ਸ਼ਬਦ ਕਲਾ ਅਰਥਾਤ ਸਮੁੱਚੇ ਤੌਰ ਤੇ ਕਾਵਿ ਹੈ, ਉਹ ਮਹਾਕਾਵਿ ਹੈ, ਨਾਟਕ ਹੈ, ਕਥਾ ਹੈ, ਆਖਿਅਕਾ, ਚੰਪੂ, ਪਦ, ਗਦ ਕਿੰਨੇ ਰੂਪ ਦਾ ਹੈ। ਇਹ ਸਾਰੇ ਭੇਦ, ਇਹਨਾਂ ਭੇਦਾਂ ਤੋਂ ਅੱਗੇ ਇਹਨਾਂ ਦੇ ਉਪਭੇਦ, ਯਾਨੀ ਕਿ ਇਹ ਮੋਟੀ ਵੰਡ, ਉਹ ਤੋਂ ਹੋਰ ਜਾ ਕੇ ਅੱਗੇ ਉਪਵੰਡ, ਉਪਭੇਦ ਸੰਮਿਲਿਤ ਨੇ, ਸ਼ਾਮਿਲ ਜਿਹੜੇ ਨੇ ਉਹ ਕੀਤੇ ਗਏ ਨੇ ਕਾਵਿ ਦੇ ਭੇਦਾਂ ਦੇ ਵਿੱਚ। ਕਵੀ ਰਾਜਸ਼ੇਖਰ ਕਹਿੰਦਾ ਹੈ ਕਿ ਕਵੀ ਦਾ ਕਰਮ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਉਹ ਕਾਵਿ ਕਿਹਾ ਜਾਏਗਾ। ਰੂਪ ਇਹਦਾ ਮਤਲਬ ਕਿਸੇ ਵੀ ਰੂਪ ਦੇ ਵਿੱਚ, ਕਈ ਰੂਪਾਂ ਦੇ ਵਿੱਚ ਉਹ ਗੱਲ ਕਵੀ ਕਰ ਸਕਦਾ ਹੈ ਔਰ ਉਹ ਸਾਰੇ ਰੂਪਾਂ ਨੂੰ ਹੀ ਕਾਵਿ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ, ਉਹਨਾਂ ਨੂੰ ਕਾਵਿ ਕਿਹਾ ਜਾਏਗਾ। ਭਾਰਤੀ ਆਚਾਰਿਆ ਨੇ ਆਪਣੇ ਆਪਣੇ ਕਾਵਿ ਲਕਸ਼ਣ ਦੇ ਵਿਸ਼ਲੇਸ਼ਣ ਦੇ ਨਾਲ ਹੀ ਇਸ ਵਿਸਤ੍ਰਿਤ ਅਰਥ ਵਾਲੇ ਕਾਵਿ ਦੇ ਅਨੇਕਾਂ ਭੇਦ, ਉਪਭੇਦ, ਪਰਭੇਦ ਦਾ ਵੀ ਵਿਵੇਚਨ ਕੀਤਾ ਹੈ। ਇਹ ਵਿਆਖਿਆ ਸਾਰੀ ਹੈ, ਡਿਸਕਸ਼ਨ ਜਿਹੜੀ ਹੈ, ਚਰਚਾ ਕੀਤੀ ਹੈ ਉਹਨਾਂ ਨੇ ਕਿ ਕਿੰਨੇ ਕਿਸਮ ਦਾ ਹੋ ਸਕਦਾ ਹੈ, ਉਹ ਕਿਸਮਾਂ ਅੱਗੋਂ ਕਿੰਨੀਆਂ ਭੇਦਾਂ ਵਿੱਚ, ਵਰਗਾਂ ਵਿੱਚ ਵੰਡੀਆਂ ਜਾ ਸਕਦੀਆਂ ਨੇ। ਇਹ ਕਾਫੀ ਲੰਮਾ ਚੌੜਾ ਕੰਮ ਜਿਹੜਾ ਹੈ ਉਹ ਆਚਾਰਿਆ ਲੋਕਾਂ ਨੇ ਕੀਤਾ ਹੈ ਔਰ ਇਸ ਕੰਮ ਨੂੰ ਕਰਨ ਦੇ, ਇਹਨਾਂ ਕਾਵਿ ਦੇ ਅਲੱਗ-ਅਲੱਗ ਭੇਦਾਂ ਨੂੰ ਵੰਡਣ ਦੇ ਕੁਝ ਆਧਾਰ ਨਿਰਧਾਰਿਤ ਕੀਤੇ ਨੇ ਕਿ ਕਿਸ ਆਧਾਰ ਤੇ ਕਿਹਾ ਜਾ ਰਿਹਾ ਹੈ ਕਿ ਇਹਦੀਆਂ ਇੰਨੀਆਂ ਕਿਸਮਾਂ ਨੇ ਜਾਂ ਕਾਵਿ ਦੇ ਇੰਨੇ ਭੇਦ ਕੀਤੇ ਜਾ ਸਕਦੇ ਨੇ। ਉਹ ਆਧਾਰ ਨੇ, ਪਹਿਲਾ ਆਧਾਰ ਬਣਿਆ ਹੈ ਬਾਹਰੀ ਰੂਪ, ਕਾਵਿ ਦਾ ਬਾਹਰੀ ਰੂਪ ਤੇ ਉਹਦਾ ਆਕਾਰ, ਉਹ ਕਿਹੋ ਜਿਹਾ, ਕਿੱਡਾ ਕੁ ਹੈ, ਸਾਈਜ਼ ਕਿੱਡਾ ਕੁ ਹੈ ਉਸਦਾ, ਲੰਮੀ ਰਚਨਾ ਹੈ, ਛੋਟੀ ਰਚਨਾ ਹੈ, ਉਸ ਨੂੰ ਅਸੀਂ ਉਹਦੀ ਵਿਧਾ ਦੇ ਪੱਖ ਤੇ, ਰੂਪ ਦੇ ਪੱਖ ਤੇ ਪਹਿਲਾ ਆਧਾਰ ਇਹ ਬਣਾਇਆ ਕਿ ਇਸ ਆਧਾਰ ਤੇ ਅਲੱਗ-ਅਲੱਗ ਕਾਵਿ ਦੀ ਵਰਗ ਵੰਡ ਕੀਤੀ ਗਈ ਹੈ। ਦੂਸਰਾ ਆਧਾਰ ਬਣਾਇਆ ਕਿ ਕਾਵਿ ਦੇ ਅਰਥਾਂ ਦੇ ਆਧਾਰ ਤੇ। ਤੀਸਰਾ ਬਣਾਇਆ ਹੈ ਕਾਵਿ ਦੀ ਭਾਸ਼ਾ ਦੇ ਆਧਾਰ ਤੇ ਕਿ ਕਾਵਿ ਭਾਸ਼ਾ, ਕਾਵਿ ਦੇ ਵਿੱਚ ਕਿਸ ਕਿਸਮ ਦੀ ਭਾਸ਼ਾ ਵਰਤੀ ਗਈ ਹੈ। ਇਹ ਤਿੰਨ ਆਧਾਰ ਬਣਾਏ ਨੇ। ਇਹਨਾਂ ਤਿੰਨਾਂ ਆਧਾਰਾਂ ਤੇ ਅੱਗੋਂ ਅਲੱਗ-ਅਲੱਗ ਆਚਾਰਿਆਂ ਦੀਆਂ ਵੰਡਾਂ ਜਿਹੜੀਆਂ ਨੇ ਉਹ ਕਾਵਿ ਦੀਆਂ ਕੀਤੀਆਂ ਹੋਈਆਂ ਸਾਨੂੰ ਮਿਲਦੀਆਂ ਨੇ। ਸਭ ਤੋਂ ਪਹਿਲਾਂ ਅਸੀਂ ਆਚਾਰਿਆ ਭਰਤ ਮੁਨੀ ਦੀ ਹੀ ਹਮੇਸ਼ਾ ਗੱਲ ਕਰਦੇ ਹਾਂ, ਸੰਸਥਾਪਕ ਨੇ ਭਾਰਤੀ ਕਾਵਿ ਸ਼ਾਸਤਰ ਦੇ। ਉਹਨਾਂ ਦਾ ਗ੍ਰੰਥ ਹੈ ਨਾਟਯ ਸ਼ਾਸਤਰ। ਕਿਉਂਕਿ ਨਾਟਯ ਸ਼ਾਸਤਰ ਅਸੀਂ ਵਾਰ-ਵਾਰ ਗੱਲ ਕਰਦੇ ਹਾਂ ਕਿ ਉਹਨਾਂ ਨੇ ਨਾਟਯ ਬਾਰੇ ਜ਼ਿਆਦਾ ਚਰਚਾ ਕਰੀਏ, ਪਰ ਬਾਅਦ ਦੇ ਵਿੱਚ ਨਾਟਯ ਬਾਰੇ ਜੋ ਉਹਨਾਂ ਨੇ ਚਰਚਾ ਕੀਤੀ ਹੈ ਉਸ ਨੂੰ ਸਮੁੱਚੇ ਹੀ ਕਾਵਿ ਦਾ ਆਧਾਰ ਬਣਾ ਲਿਆ ਗਿਆ। ਉਹ ਚਰਚਾ ਸਿਰਫ ਨਾਟਯ ਤੱਕ ਸੀਮਿਤ ਨਾ ਰਹਿ ਕੇ ਕਾਵਿ ਦੇ ਸਮੁੱਚੇ ਭੇਦਾਂ ਤੱਕ ਚਲੀ ਜਾਂਦੀ ਹੈ। ਤਾਂ ਕਿਉਂਕਿ ਨਾਟਯ ਸ਼ਾਸਤਰ ਲਿਖਿਆ ਭਰਤ ਮੁਨੀ ਨੇ, ਤਾਂ ਉਹਨਾਂ ਨੇ ਮੂਲ ਰੂਪ ਦੇ ਵਿੱਚ ਦ੍ਰਿਸ਼ ਕਾਵਿ ਤੇ ਹੀ ਗੱਲ ਕਰੀ, ਰੂਪਕ ਤੇ ਹੀ ਗੱਲ ਕਰੀ, ਯਾਨੀ ਕਿ ਉਹ ਰੂਪ ਕਾਵਿ ਦਾ ਜਿਹੜਾ ਦੇਖ ਕੇ ਮਾਣਿਆ ਜਾਂਦਾ ਹੈ, ਜਿਸ ਨੂੰ ਦੇਖਿਆ ਜਾਂਦਾ ਹੈ, ਅੱਖਾਂ ਨਾਲ ਵਾਚਿਆ ਜਾਂਦਾ ਹੈ। ਉਹ ਨਾਟਯ ਹੋ ਗਿਆ, ਨਾਟਕ ਹੋ ਗਿਆ, ਉਹਨੂੰ ਰੂਪਕ ਵੀ ਦ੍ਰਿਸ਼ ਕਾਵਿ ਨੂੰ ਜਿਹੜਾ ਹੈ ਕਿਹਾ ਜਾਂਦਾ ਹੈ। ਉਹਦਾ ਉਹਨਾਂ ਨੇ ਮੁੱਖ ਰੂਪ ਦੇ ਵਿੱਚ ਵਰਗੀਕਰਨ ਆਪਣੇ ਨਾਟਯ ਸ਼ਾਸਤਰ ਇਸ ਗ੍ਰੰਥ ਦੇ ਵਿੱਚ ਕਰਿਆ। ਭਾਰਤ ਤੋਂ ਬਾਅਦ ਦੇ ਆਉਣ ਵਾਲੇ ਆਚਾਰਿਆ ਜਿਵੇਂ ਭਾਮਾ ਹੈ, ਦੰਡੀ ਹੈ, ਵਾਮਨ ਹੈ, ਇਹਨਾਂ ਨੇ ਆਪੋ ਆਪਣੇ ਗ੍ਰੰਥਾਂ ਦੇ ਵਿੱਚ ਕਾਵਿ ਦੇ ਵਰਗੀਕਰਨ ਬਾਰੇ ਚਰਚਾ ਕੀਤੀ ਹੈ। ਭਾਮਾ ਜਿਹੜਾ ਹੈ ਉਹ ਮੋਟੇ ਤੌਰ ਤੇ ਦੋ ਤਰ੍ਹਾਂ ਦਾ ਕਾਵਿ ਮੰਨਦਾ ਹੈ। ਇੱਕ ਹੈ ਗਦ, ਦੂਸਰਾ ਹੈ ਪਦ, ਜਿਹਨੂੰ ਅਸੀਂ ਆਧੁਨਿਕ ਭਾਸ਼ਾ ਦੇ ਵਿੱਚ ਕਵਿਤਾ ਅਤੇ ਵਾਰਤਕ ਕਹਿੰਦੇ ਹਾਂ। ਜਿਵੇਂ ਉਸਨੇ ਦੋ ਤਰ੍ਹਾਂ ਦਾ ਹੀ ਕਾਵਿ ਮੰਨਿਆ। ਉਹਦੇ ਨਾਲ ਹੀ ਦੰਡੀ ਹੈ। ਦੰਡੀ ਨੇ ਕੀ ਕਿਹਾ, ਗਦ ਪਦ ਠੀਕ ਹੈ ਦੋ ਤਰ੍ਹਾਂ ਦਾ, ਪਰ ਉਹਨੇ ਇੱਕ ਤੀਜਾ ਵਿੱਚ ਐਡ ਕਰ ਲਿਆ ਜਿਸ ਨੂੰ ਉਸਨੇ ਕਿਹਾ ਮਿਸ਼ਰ, ਯਾਨੀ ਕਿ ਮਿਸ਼ਰਿਤ। ਕਿਹਦਾ ਮਿਸ਼ਰਿਤ? ਜਿਹਦੇ ਵਿੱਚ ਗਦ ਦੇ ਗੁਣ ਵੀ ਹੋਣ ਅਤੇ ਪਦ ਦੇ ਗੁਣ ਵੀ ਹੋਣ, ਉਹ ਮਿਸ਼ਰ ਕਾਵਿ ਉਸਨੇ ਕਿਹਾ। ਇੱਕ ਐਡੀਸ਼ਨ, ਉਸਨੇ 3 ਕਿਸਮ ਦੇ ਕਾਵਿ ਜਿਹੜੇ ਕਰੇ ਨੇ। ਅਤੇ ਇਹਨਾਂ ਦੇ ਅਨੇਕਾਂ ਅੱਗੋਂ ਉਪਭੇਦ ਵੀ ਕੀਤੇ, ਅੱਗੋਂ ਵੀ ਵੰਡਾਂ ਜਿਹੜੀਆਂ ਨੇ ਉਹ ਕੀਤੀਆਂ।
ਵਾਮਨ ਤੇ ਰੁਦਰਟ ਜਿਹੜਾ ਹੈ ਉਹ ਕੀ ਕਹਿੰਦੇ ਨੇ, ਗਦ ਅਤੇ ਪਦ ਦੋ ਹੀ ਭੇਦ ਮੰਨਦੇ ਨੇ। ਅਗਨੀ ਪੁਰਾਣਕਾਰ ਅਗਨੀ ਪੁਰਾਣ ਦਾ ਜਿਹੜਾ ਕਰਤਾ ਹੈ ਉਸਨੇ ਸ਼ਰਵਯ ਯਾਨੀ ਕਿ ਸੁਣਨ ਯੋਗ ਅਤੇ ਅਭਿਨੈ ਨਾਟਕ, ਅਤੇ ਤੀਸਰਾ ਪ੍ਰਕੀਰਣ ਵੀ ਜਿਹੜਾ ਹੈ ਮਿਲੇ ਜੁਲੇ ਰੂਪਾਂ ਵਾਲਾ, ਜਿਵੇਂ ਅਸੀਂ ਨੇ ਇੱਥੇ ਕਿਹਾ ਮਿਸ਼ਰ ਗਦ ਅਤੇ ਪਦ ਦਾ ਮਿਸ਼ਰਿਤ ਰੂਪ, ਪ੍ਰਕੀਰਣ ਵੀ ਮਿਲਿਆ ਜੁਲਿਆ ਕਿਹਦਾ, ਸ਼ਰਵ ਕਾਵ ਦਾ ਤੇ ਦ੍ਰਿਸ਼ ਕਾਵ ਨਹੀਂ ਕਹਿੰਦਾ ਉਸਨੂੰ, ਅਭਿਨੈ ਕਹਿੰਦਾ ਯਾਨੀ ਕਿ ਜਿਹਦੇ ਵਿੱਚ ਨਾਟਕ ਆਦਿ ਆ ਜਾਂਦੇ ਨੇ। ਪ੍ਰਕੀਰਣ ਕਿਹਾ ਉਸਨੂੰ ਜਿਸਦਾ ਕਿ ਮਿਲਿਆ ਜੁਲਿਆ ਰੂਪ ਹੈ। ਇਹ ਤਿੰਨ ਭੇਦ ਕਰਦਾ। ਹੁਣ ਇਹ ਚੀਜ਼ਾਂ ਦੇਖੋ ਕਿ ਇਹ ਮੋਟੇ ਤੌਰ ਤੇ ਵੰਡ ਹੈਗੀ ਹੈ ਜਿਹੜੇ ਭਾਰਤੀ ਕਾਵ ਸ਼ਾਸਤਰ ਦੇ ਆਚਾਰਿਆ ਲੋਕ ਨੇ, ਕਿ ਭਾਵੇਂ ਨਾਟਯ ਸ਼ਾਸਤਰ ਭਾਵੇਂ ਜਿਹੜਾ ਪਹਿਲਾ ਆਚਾਰਿਆ ਅਸੀਂ ਮੰਨਦੇ ਹਾਂ ਉਸਨੇ ਦ੍ਰਿਸ਼ ਕਾਵ ਦੀ ਗੱਲ ਕਰੀ, ਰੂਪਕਾਂ ਦੀ ਗੱਲ ਕਰੀ, ਉਹਦਾ ਅੱਗੋਂ ਵਰਗੀਕਰਨ ਕਰਿਆ ਕਿ ਰੂਪਕ ਅੱਗੋਂ ਕਿੰਨੇ ਕਿਸਮ ਦੇ ਨੇ। ਜਿਹੜੇ ਹੋਰ ਪ੍ਰਮੁੱਖ ਆਚਾਰਿਆ ਲੋਕ ਨੇ ਭਾਮਾ ਦੰਡੀ ਵਾਮਨ ਰੁਦਰਟ ਵਰਗੇ, ਉਹਨਾਂ ਦੇ ਵਿੱਚ ਮੋਟੇ ਤੌਰ ਤੇ ਗਦ ਦੇ ਪਦ ਦੇ ਉੱਤੇ ਤਾਂ ਸਾਰੇ ਹੀ ਸਹਿਮਤ ਨੇ ਕਿ ਦੋ ਕਿਸਮਾਂ ਤਾਂ ਹੁੰਦੀਆਂ ਹੀ ਹੁੰਦੀਆਂ ਨੇ, ਤੇ ਕੋਈ ਇਹਨਾਂ ਦੇ ਵਿੱਚੋਂ ਆਚਾਰਿਆ ਤੀਸਰੀ ਕਿਸਮ ਨੂੰ ਵੀ ਐਡ ਕਰਦਾ ਹੈ, ਉਸਨੂੰ ਕੀ ਕਹਿੰਦਾ ਹੈ ਕਿ ਉਹ ਮਿਸ਼ਰਿਤ ਰੂਪ ਹੋ ਸਕਦੀ ਹੈ, ਯਾਨੀ ਕਿ ਜਿਹਦੇ ਵਿੱਚ ਗਦ ਅਤੇ ਪਦ ਦੇ ਦੋਨੋਂ ਗੁਣ ਹੋਣ, ਮਿਸ਼ਰਿਤ ਹੈ। ਭਾਵੇਂ ਉਸਨੂੰ ਪ੍ਰਕੀਰਣ ਕਿਹਾ ਇੱਥੇ, ਭਾਵੇਂ ਉਸਨੂੰ ਕਿਹਾ ਕਿ ਮਿਸ਼ਰ ਕਾਵ ਕਿਹਾ ਗਿਆ ਉਸਨੂੰ। ਹੁਣ ਇਹਨਾਂ ਤਿੰਨਾਂ ਆਧਾਰਾਂ ਤੇ ਵੰਡਾਂ ਜਿਹੜੀਆਂ ਨੇ ਅਸੀਂ ਅਲੱਗ-ਅਲੱਗ ਪੁਆਇੰਟ ਬਣਾ ਕੇ ਸਾਡਾ ਸਵਾਲ ਜਿਹੜਾ ਫੇਰ ਹੀ ਕੰਪਲੀਟ ਹੋਏਗਾ। ਇਹਨਾਂ ਤਿੰਨਾਂ ਆਧਾਰਾਂ ਤੇ ਕਿਹੜੇ ਆਚਾਰਿਆ ਕੀ ਕਹਿ ਰਹੇ ਨੇ, ਕਿੰਨੇ ਕਿਸਮ ਦੀਆਂ ਵੰਡਾਂ ਕਰ ਰਹੇ ਨੇ, ਉਹ ਅਸੀਂ ਨੇ ਸਟੈਪ ਵਾਈਜ਼ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕਾਵ ਦੇ ਬਾਹਰੀ ਰੂਪ ਦੇ ਆਧਾਰ ਤੇ ਜਾਂ ਆਕਾਰ ਤੇ ਜਿਹੜੀ ਹੈ ਕਾਵ ਦੇ ਭੇਦ ਕਿਵੇਂ ਕਰੇ ਨੇ, ਕਿਹੜੇ ਆਚਾਰਿਆ ਲੋਕ ਇਹਦੇ ਬਾਰੇ ਆਪੋ ਆਪਣੇ ਗ੍ਰੰਥਾਂ ਦੇ ਵਿੱਚ ਚਰਚਾ ਕਰਦੇ ਨੇ। ਕਾਵ ਦੇ ਬਾਹਰੀ ਰੂਪ ਦੇ ਆਧਾਰ ਤੇ ਕਾਵ ਦੀ ਵੰਡ ਕਰਨ ਵੇਲੇ ਸਭ ਤੋਂ ਪਹਿਲਾਂ ਸਾਹਿਤਯ ਦਰਪਣ ਚ ਕਹੇਗੇ ਵਿਸ਼ਵਨਾਥ ਦਾ ਹੈ ਸਾਹਿਤਯ ਦਰਪਣ। ਹੁਣ ਵਿਸ਼ਵਨਾਥ ਕੀ ਕਹਿੰਦਾ ਹੈ, ਉਹ ਕਹਿੰਦਾ ਹੈ ਕਿ ਦ੍ਰਿਸ਼ ਅਤੇ ਸ਼ਰਵ ਕਹਿ ਕੇ ਕਾਵ ਦੇ ਦੋ ਭੇਦ ਕੀਤੇ, ਪ੍ਰਮੁੱਖ ਤੌਰ ਤੇ ਦ੍ਰਿਸ਼ ਅਤੇ ਸ਼ਰਵ ਯਾਨੀ ਕਿ ਦੇਖਿਆ ਤੇ ਸੁਣਿਆ ਜਾਣ ਵਾਲਾ ਸਾਹਿਤ, ਉਸਨੇ ਦੋ ਬਣਾਏ। ਇਸ ਦ੍ਰਿਸ਼ ਯਾਨੀ ਕਿ ਦੇਖਣ ਯੋਗ ਜਿਹੜਾ ਹੈ ਕਾਵ ਹੈ ਜਾਂ ਨਾਟਕ ਹੈ, ਅਤੇ ਸ਼ਰਵਯ ਯਾਨੀ ਕਿ ਜਿਹੜਾ ਸੁਣਿਆ ਜਾ ਸਕਦਾ ਹੈ ਦੇ ਅੱਗੋਂ ਹੋਰ ਅਨੇਕਾਂ ਭੇਦ ਹੋ ਜਾਂਦੇ ਨੇ, ਅੱਗੋਂ ਵੰਡਾਂ ਹੋ ਜਾਂਦੀਆਂ ਨੇ। ਚਾਹੇ ਵਿਸ਼ਵਨਾਥ ਤੋਂ ਪਹਿਲਾਂ ਵੀ ਆਚਾਰਿਆ ਇਸ ਪੱਖੋਂ ਯਤਨ ਕਰ ਰਹੇ ਸਨ, ਪਰ ਇਹਨਾਂ ਦੇ ਉਪਰੋਕਤ ਮਤ ਨੂੰ ਅੱਜ ਤੱਕ ਕਾਵ ਵਿਧਾ ਦੀ ਵੰਡ ਦਾ ਮੂਲ ਆਧਾਰ ਹੀ ਮੰਨਿਆ ਜਾਂਦਾ ਹੈ। ਹੁਣ ਵਿਸ਼ਵਨਾਥ ਨੇ ਜਿਹੜੀ ਵੰਡ ਕਰੀ ਮੂਲ ਰੂਪ ਦੇ ਵਿੱਚ ਦ੍ਰਿਸ਼ ਅਤੇ ਸ਼ਰਵ ਕਾਵ, ਇਹ ਜਿਹੜਾ ਹੈ ਕਾਫੀ ਆਧੁਨਿਕ ਸਮੇਂ ਤੱਕ ਵੀ ਇਸ ਨੂੰ ਮਾਨਤਾ ਹੈਗੀ ਹੈ। ਉਹ ਕੀ ਕਹਿੰਦਾ ਹੈ ਕਿ ਦ੍ਰਿਸ਼ ਕਾਵ ਕੀ ਯਾਨੀ ਕਿ ਅਭਿਨੈ, ਜਿਸ ਦੇ ਵਿੱਚ ਅਭਿਨੈ ਕੀਤਾ ਜਾਵੇ, ਐਕਟ ਕੀਤਾ ਜਾਵੇ, ਪਾਤਰ ਹੋਣ, ਅਭਿਨੈ ਕਰਦੇ ਹੋਣ, ਅਭਿਨੈਕਾਰ ਜਿਹੜੇ ਉਹਦੇ ਵਿੱਚ ਮੌਜੂਦ ਹੋਣ, ਜਿਸ ਨੂੰ ਵਿਸ਼ਵਨਾਥ ਨੇ ਰੂਪਕ ਦਾ ਨਾਮ ਵੀ ਦਿੱਤਾ। ਰੂਪ ਧਾਰਨ ਕਰਦੇ ਨੇ, ਅਭਿਨੈ ਕਰਦੇ ਨੇ ਕਿਸੇ ਦਾ, ਤਾਂ ਉਸਨੇ ਇਸ ਨੂੰ ਨਾਮ ਦਿੱਤਾ ਰੂਪਕ। ਤਾਂ ਇਹ ਵੀ ਛੋਟੇ ਸਵਾਲਾਂ ਦੇ ਲਈ ਸਾਡੇ ਲਈ ਨਿੱਕੀਆਂ ਚੀਜ਼ਾਂ ਤਾਂ ਹੈਗੀਆਂ ਨੇ ਕਿ ਰੂਪਕ ਦੀ ਪਰਿਭਾਸ਼ਾ ਦਿਓ ਤਾਂ ਫਿਰ ਅਸੀਂ ਕਿਵੇਂ ਜਿਹੜਾ ਹੈ ਇਸ ਨੂੰ ਡਿਫਾਈਨ ਕਰਾਂਗੇ। ਆ ਵੇਰਵਾ ਦੇ ਕੇ ਦ੍ਰਿਸ਼ ਕਾਵ ਕਿਸ ਨੇ ਦਿੱਤਾ, ਉਸਨੇ ਉਸਨੂੰ ਰੂਪਕ ਵੀ ਕਿਹਾ, ਇਹ ਵੇਰਵੇ 5-7 ਲਾਈਨਾਂ ਦੇ ਵਿੱਚ ਅਸੀਂ ਦੇ ਸਕਦੇ ਹਾਂ। ਇਹਨਾਂ ਤੋਂ ਅੱਗੇ ਉਸਦੀ ਰੂਪਕ ਉਪਰੂਪਕ ਕਹਿ ਕੇ ਫਿਰ ਵੰਡ ਕਰੀ, ਰੂਪਕ ਦੀ ਹੀ ਯਾਨੀ ਕਿ ਜਿਹੜਾ ਦ੍ਰਿਸ਼ ਕਾਵ ਹੈ ਉਹਦੀ ਅੱਗੋਂ ਵੰਡ ਜਿਹੜੀ ਹੈ ਕੀਤੀ ਹੈ। ਫਿਰ ਅੱਗੇ ਰੂਪਕ ਦੇ ਉਸਨੇ ਕਿੰਨੇ ਦੱਸੇ, 10 ਭੇਦ, ਤੇ ਉਪਰੂਪਕ ਦੇ 18 ਭੇਦ ਉਹ ਦੱਸਦਾ। ਅਸੀਂ ਨੇ ਇੰਨਾ ਵੇਰਵਾ ਦੇਣਾ। ਇਸ ਨੂੰ ਅਸੀਂ ਚਾਰਟ ਵੀ ਨਾਲੋਂ ਨਾਲ ਬਣਾ ਸਕਦੇ ਹਾਂ, ਜਿਵੇਂ ਅਸੀਂ ਗ੍ਰਾਮਰ ਦੇ ਵਿੱਚ ਕਰਦੇ ਹਾਂ ਨਾ ਕਿ ਕਿਵੇਂ ਵੰਡ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਉੱਪਰ ਵਿਸ਼ਵਨਾਥ ਦੁਆਰਾ ਕੀਤੀ ਵੰਡ, ਪਹਿਲਾਂ ਆਪਾਂ ਕਹਿੰਦੇ ਕਿ ਉਹੀ ਗੱਲ ਹੈ ਕਿ ਦ੍ਰਿਸ਼ ਕਾਵ, ਸ਼ਰਵ ਕਾਵ, ਦ੍ਰਿਸ਼ ਨੂੰ ਰੂਪਕ ਵੀ ਕਹਿੰਦੇ ਆ। ਅੱਗੋਂ ਜਿਹੜਾ ਹੈ ਇਹ ਰੂਪਕ 10 ਕਿਸਮ ਦੇ ਹਨ, ਉਪਰੂਪਕ 18 ਕਿਸਮ ਦੇ। ਉਪਰੂਪਕ ਪਹਿਲੀ ਵੰਡ, ਦੂਜੀ ਵੰਡ ਜਿਹੜੀ ਹੈ ਰੂਪਕ, ਦੂਜੀ ਵੰਡ ਉਪਰੂਪਕ, ਰੂਪਕ 10 ਕਿਸਮ ਦੇ ਤੇ ਉਪਰੂਪਕ 18 ਕਿਸਮ ਦੇ। ਇਹ ਜਿਹੜਾ ਹੈ ਉਹ ਵੇਰਵਾ ਹੈ। ਭਾਰਤੀ ਕਾਵ ਸ਼ਾਸਤਰ ਚ ਰੂਪਕਾਂ ਦੇ ਭੇਦਾਂ ਦਾ ਪ੍ਰਤੀਪਾਦਨ ਸਭ ਤੋਂ ਪਹਿਲਾਂ ਭਰਤ ਮੁਨੀ ਨੇ ਕੀਤਾ, ਕਿਉਂਕਿ ਉਹ ਕਾਵ ਸ਼ਾਸਤਰ ਰੂਪਕ ਦੀ ਗੱਲ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਉਸਨੇ ਨਾਟਯ ਸ਼ਾਸਤਰ ਲਿਖਿਆ, ਨਾਟਯ ਤੇ ਗੱਲ ਕਰੀ। ਤਾਂ ਨਾਟਯ ਸ਼ਾਸਤਰ ਦੇ ਵਿੱਚ ਉਹ ਕੀ ਕਹਿੰਦਾ ਹੈ, ਉਹਨੇ 10 ਵੰਡਾਂ ਕਰੀਆਂ ਰੂਪਕਾਂ ਦੀਆਂ, 10 ਕਿਸਮ ਦੇ ਨਾਟਕ ਉਸਨੇ ਦੱਸੇ ਕਿ ਨਾਟਕ ਵੀ 10 ਕਿਸਮ ਦੇ ਹੋ ਸਕਦੇ ਨੇ। ਉਹ ਅਸੀਂ ਗਿਣਤੀ ਵੀ ਦੱਸ ਸਕਦੇ ਹਾਂ, ਨਾਮ ਯਾਦ ਕਰ ਸਕਦੇ ਹਾਂ ਤਾਂ ਬੈਟਰ ਹੈ। ਤਾਂ ਇਸ ਨੂੰ ਅਸੀਂ ਲਿਸਟ ਬਣਾ ਸਕਦੇ ਹਾਂ। ਪ੍ਰਕਰਨ ਹੈ, ਅੰਕ, ਵਿਅਯੋਗ, ਭਾਣ, ਸਮਵਕਾਰ, ਵਿਥੀ, ਪ੍ਰਹਸਨ, ਡਿਮ ਤੇ ਇਹਾਮ੍ਰਿਗ, ਇਹ ਜਿਹੜੀਆਂ ਨੇ ਉਸਦੀਆਂ ਵੰਡਾਂ ਨੇ 10 ਰੂਪਕ। ਤੇ 11ਵੀਂ ਉਸਨੇ ਕਿਹਾ ਕਿ ਨਾਟਿਕਾ, ਉਸਨੂੰ ਇੱਕ ਅਲੱਗ ਨਾਮ ਦਿੱਤਾ ਨਾਟਿਕਾ।
ਇਹ ਵੰਡ ਜਿਹੜੀ ਹੈ ਨਾਟਯ ਸ਼ਾਸਤਰ ਦੇ ਵਿੱਚ ਭਰਤ ਮੁਨੀ ਕਰਦਾ ਹੈ ਕਿ ਅੱਗੋਂ ਦ੍ਰਿਸ਼ ਕਾਵ, ਜਿਸ ਨੂੰ ਰੂਪਕ ਵੀ ਕਿਹਾ ਵਿਸ਼ਵਨਾਥ ਨੇ, ਉਹਦੀਆਂ ਅੱਗੋਂ ਕਿੰਨੀਆਂ ਕਿਸਮਾਂ ਨੇ, ਤਾਂ ਉਹ 11 ਕਿਸਮਾਂ ਦਾ ਜਿਹੜਾ ਨਾਟਯ ਉਹ ਦੱਸਦਾ ਹੈ। ਇਸੇ ਤਰੀਕੇ ਨਾਲ ਭਰਤ ਤੋਂ ਬਾਅਦ ਜਿਹੜਾ ਹੈ ਗੁਣਚੰਦਰ ਅਤੇ ਰਾਮਚੰਦਰ ਇਸ ਦੇ ਬਾਰੇ ਗੱਲ ਕਰਦੇ ਨੇ। ਉਹਨਾਂ ਨੇ ਇਹਨਾਂ ਦੀ ਭੇਦਾਂ ਜਿਹੜੀ ਹੈ 11 ਭੇਦ ਦੱਸੇ ਤੇ 12ਵਾਂ ਉਹਨਾਂ ਨੇ ਆਪਣੇ ਵੱਲੋਂ ਜੋੜਿਆ, ਉਸਨੂੰ ਕਿਹਾ ਪ੍ਰਕਰਣੀ। 11 ਭੇਦ ਤਾਂ ਉਹਨਾਂ ਨੇ ਭਰਤ ਮੁਨੀ ਵਾਲੇ ਹੀ ਮੰਨ ਲਏ ਕਿ ਓਕੇ ਇਹ ਵੀ ਹੈਗੇ ਨੇ, ਤੇ ਉਹਨਾਂ ਨੇ ਇਹਦੇ ਵਿੱਚ ਗਿਣਤੀ 'ਚ ਵਾਧਾ ਕਰਤਾ 12। ਇਹਨਾਂ ਨੇ ਅੱਗੇ ਚੱਲ ਕੇ ਰੂਪਕ ਦੇ ਹੋਰ ਵੀ ਭੇਦ ਜਿਹੜੇ ਨੇ ਸਾਨੂੰ ਦਿਖਾਈ ਦਿੰਦੇ ਨੇ। ਇਹਦੇ ਵਿੱਚ ਅੱਗੋਂ ਜਿਹੜੀਆਂ ਨੇ ਇੰਨੇ ਕਿਸਮ ਦੀਆਂ ਜਿਹੜੀਆਂ ਨੇ ਉਹ ਭੇਦ ਸਾਨੂੰ ਮਿਲਦੇ ਨੇ, ਜਿਹੜਿਆਂ ਦੀ ਗਿਣਤੀ ਟੋਟਲ ਹੋ ਜਾਂਦੀ ਹੈ 23। ਤਾਂ ਹੁਣ ਤੁਸੀਂ ਇਹ ਦੇਖੋ ਕਿ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ, ਸ਼ਰਵ ਤੇ ਦ੍ਰਿਸ਼ ਕਾਵ ਤੋਂ। ਦ੍ਰਿਸ਼ ਕਾਵ ਦੇ ਵਿੱਚੋਂ ਅੱਗੇ ਵੰਡਾਂ, ਉਹਨਾਂ ਦੀਆਂ ਅੱਗੋਂ ਵੰਡਾਂ ਕਰਦੇ ਕਰਦੇ ਅਸੀਂ 23 ਕਿਸਮ ਦੇ ਤਾਂ ਇਕੱਲੇ ਨਾਟਿਆਂ ਤੇ ਆ ਜਾਂਦੇ ਆ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਕਾਵ ਦੇ ਭੇਦਾਂ ਦੀ ਵੰਡ ਹੈ ਇਹ ਕਾਫੀ ਜ਼ਿਆਦਾ ਵਿਸਤ੍ਰਿਤ ਵੰਡ ਆਚਾਰਿਆ ਲੋਕਾਂ ਨੇ ਅਲੱਗ-ਅਲੱਗ ਆਧਾਰ ਤੇ ਕੀਤੀ ਹੈ। ਤਾਂ ਇਹਨਾਂ ਦੀ ਵੀ ਅਸੀਂ ਜਿਹੜੇ ਸਾਰੇ ਰੂਪਾਂ ਦੀ ਅਸੀਂ ਇੱਕ ਲਿਸਟ ਬਣਾ ਸਕਦੇ ਹਾਂ ਤੇ ਟੋਟਲ ਗਿਣਤੀ 23 ਜਿਹੜੀ ਤੱਕ ਇਹ ਪਹੁੰਚ ਜਾਂਦੀ ਹੈ। ਦੰਡੀ ਜਿਹੜਾ ਹੈ ਸ਼ਰਵਯ ਕਾਵ ਦੇ ਸਧਾਰਨ ਤੌਰ ਤੇ ਗਦ ਗਦ ਪਦਮय ਯਾਨੀ ਕਿ ਮਿਸ਼ਰ, ਨਾਮ ਹੀ ਵੱਖਰੇ ਨੇ, 3 ਭੇਦ ਜਿਹੜਾ ਉਹ ਮੰਨਦਾ ਹੈ। ਜਿਹੜੀ ਰਚਨਾ ਛੰਦ 'ਚ ਨਾ ਲਿਖ ਕੇ ਗਦ 'ਚ ਲਿਖੀ ਜਾਵੇ ਉਸਨੂੰ ਗਦ ਕਾਵ ਕਿਹਾ ਜਾਂਦਾ ਹੈ। ਸਿੰਪਲੀ ਜਿਵੇਂ ਅਸੀਂ ਕਵਿਤਾ ਤੇ ਵਾਰਤਕ ਦਾ ਡਿਫਰੈਂਸ ਕਰਦੇ ਹਾਂ। ਜਿਹੜੀ ਛੰਦਬੱਧ ਹੈ ਉਹ ਤਾਂ ਪਦ ਰਚਨਾ ਹੈ, ਜਿਹੜੀ ਛੰਦਬੱਧ ਨਹੀਂ ਹੈ ਉਹ ਗਦ ਰਚਨਾ ਹੈ। ਦੰਡੀ ਨੇ ਗਦ ਕਾਵ ਦੇ ਪ੍ਰਮੁੱਖ ਰੂਪ ਕਥਾ, ਆਖਿਆਕਾ 2 ਮੰਨੇ। ਅਦਰਵਾਈਜ਼ ਵੀ ਜਿਹਦੇ ਵਿੱਚ ਕੋਈ ਕਹਾਣੀ ਸੁਣਾਈ ਜਾਂਦੀ ਹੈ, ਤੇ ਜਿਵੇਂ ਅਸੀਂ ਆਧੁਨਿਕ ਰੂਪ ਦੇ ਵਿੱਚ, ਆਧੁਨਿਕ ਦੌਰ ਦੇ ਵਿੱਚ ਗਲਪ ਨੂੰ ਕਹਿ ਦਿੰਦੇ ਹਾਂ ਕਿ ਗਦ ਦਾ ਪ੍ਰਮੁੱਖ ਜਿਹੜਾ ਹੈ ਅੱਗੋਂ ਰੂਪ, ਗਲਪ ਦੇ ਅੱਗੋਂ ਵੰਡਾਂ 2 ਨਾਵਲ ਤੇ ਦੂਜਾ ਰੂਪ ਉਹਦਾ ਕਹਾਣੀ ਹੋ ਜਾਂਦਾ ਹੈ। ਉਹੀ ਹੈ ਕਥਾ ਤੇ ਆਖਿਆਕਾ, ਆਖਿਆ ਕੇ ਜਿਹੜੀ ਸੁਣਾਈ ਜਾਵੇ, ਕਹੀ ਜਾਵੇ। ਅਗਨੀ ਪੁਰਾਣ ਦਾ ਲੇਖਕ ਵੀ ਜਿਹੜਾ ਹੈ ਦੰਡੀ ਵਾਂਗ 3 ਭੇਦ ਮੰਨਦਾ ਹੈ। ਗਦ ਦੇ ਚੂਰਣਕ, ਉਤਕਲਿਕਾ, ਵ੍ਰਿਤਗੰਧੀ। ਇਹ ਨਾਮ ਨੇ, ਯਾਦ ਕਰ ਸਕਦੇ ਹਾਂ, ਵੈਰੀ ਵੈਲ ਹੈ। ਤੇ ਇਹਨਾਂ ਦੀ ਜਿਹੜੀ ਲਿਸਟ ਵੀ ਅਸੀਂ ਬਣਾ ਸਕਦੇ ਹਾਂ। ਅਸੀਂ ਇਹਦੀ ਡਾਇਗਰਾਮੈਟਿਕਲੀ ਵੀ ਇਸ ਨੂੰ ਹਰੇਕ ਆਚਾਰਿਆ ਦੀ ਦੱਸ ਸਕਦੇ ਹਾਂ। ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਪਿੱਛੋਂ ਲਾਸਟ ਦੇ ਵਿੱਚ ਜਦੋਂ ਇਹ ਟੌਪਿਕ ਆਪਣਾ ਪੂਰਾ ਹੋ ਜਾਂਦਾ ਹੈ ਫਿਰ ਮੈਂ ਤੁਹਾਨੂੰ ਡਾਇਗਰਾਮ ਵੀ ਭੇਜਾਂਗੀ, ਇੱਕ ਚਾਰਟ ਵੀ ਅਸੀਂ ਬਣਾ ਸਕਦੇ ਹਾਂ। ਇਹਦੇ ਪਿੱਛੇ ਵੀ ਚਾਰਟ ਦਿੱਤੇ ਹੋਏ ਨੇ, ਪਰ ਜੇਕਰ ਅਸੀਂ ਸਾਰੇ ਚੈਪਟਰ ਨੂੰ ਅੱਛੇ ਤਰੀਕੇ ਨਾਲ ਯਾਦ ਕਰਨਾ ਹੈ ਤਾਂ ਉਹਦੇ 2-2 4-4 ਪੁਆਇੰਟ ਜਿਹੜੇ ਨੇ ਉਹ ਬਣਦੇ ਨੇ। ਤਾਂ ਉਹ ਅਸੀਂ ਆਪਣੀ ਯਾਦ ਸ਼ਕਤੀ ਦੇ ਜਿਹੜਾ ਹੈ ਉਹਦੇ ਨੂੰ ਯਾਦ ਦੇ ਵਿੱਚ ਰੱਖਣ ਦੇ ਲਈ ਇਹਨਾਂ ਚੀਜ਼ਾਂ ਨੂੰ ਅਸੀਂ ਡਾਇਗਰਾਮੈਟਿਕਲੀ ਵੀ ਜਿਹੜਾ ਉਹ ਰੱਖ ਸਕਦੇ ਹਾਂ, ਯਾਦ ਕਰਨੀਆਂ ਸਾਨੂੰ ਸੌਖੀਆਂ ਹੋ ਜਾਂਦੀਆਂ ਨੇ। ਇਸ ਤੋਂ ਬਾਅਦ ਗਦ ਕਾਵ ਦੀ ਆਖਿਆਕਾ, ਕਥਾ, ਖੰਡ ਕਥਾ, ਪਰ ਕਥਾ, ਪਰੀ ਨਹੀਂ ਪਰ ਕਥਾ, ਕਥਾਨਿਕਾ 5 ਭੇਦ ਜਿਹੜਾ ਹੈ ਉਹ ਕਰਦਾ ਹੈ। ਅਗਨੀ ਪੁਰਾਣ ਦੇ ਅਨੁਸਾਰ ਵਾਮਨ ਨੇ ਗਦ ਕਾਵ ਦੀ ਚੂਰਣਕ, ਉਤਕਲਿਕਾ ਪ੍ਰਾਏ ਦੇ ਰੂਪ ਦੇ ਵਿੱਚ ਵੰਡ ਕਰਦੇ ਹੋਏ ਗਦ ਕਾਵ ਕਵੀਆਂ ਦੇ ਕਵਿਤਵ ਦੀ ਕਸਵੱਟੀ ਹੁੰਦਾ ਹੈ ਕਹਿ ਕੇ ਗਦ ਕਾਵ ਦੀ ਪ੍ਰਸ਼ੰਸਾ ਕੀਤੀ। ਅਦਰਵਾਈਜ਼ ਇਹ ਕਿਹਾ ਜਾਂਦਾ ਸੀ ਕਿ ਜਿਹੜੀ ਛੰਦ ਦੇ ਵਿੱਚ ਨਹੀਂ ਲਿਖਿਆ ਗਿਆ ਕਾਵ ਉਹ ਕਾਵ ਨਹੀਂ ਹੈ, ਪਰ ਜੇ ਛੰਦ ਵਿੱਚ ਨਾ ਰਹਿ ਕੇ ਵੀ ਉਹਦੇ ਵਿੱਚ ਕਵਿਤਵ ਕਾਇਮ ਰਹਿੰਦਾ ਹੈ ਤਾਂ ਉਹ ਜਿਹੜਾ ਹੈ ਉਹ ਇੱਕ ਚੰਗਾ ਕਾਵਿ ਹੁੰਦਾ ਹੈ। ਤਾਂ ਗਦ ਕਾਵ ਦੀ ਵੀ ਪ੍ਰਸ਼ੰਸਾ ਕਰਦਾ ਹੈ। ਨਾਲ ਹੀ ਸਾਰੇ ਤਰ੍ਹਾਂ ਦੇ ਕਾਵਿਆਂ 'ਚ ਨਾਟਕ ਨੂੰ ਜਿਹੜਾ ਹੈ ਸਭ ਤੋਂ ਉੱਤਮ ਮੰਨਦਾ ਹੈ। ਭਰਤ ਮੁਨੀ ਨੇ ਵੀ ਨਾਟਿਆ ਦੇ ਉੱਤੇ ਹੀ ਗੱਲ ਕਰੀ। ਆਧੁਨਿਕ ਸਮੇਂ ਦੇ ਪ੍ਰਸਿੱਧ ਸੰਸਕ੍ਰਿਤ ਗਦਕਾਰ ਜਿਹੜੀ ਨਵੀਨ ਚਰਚਾ ਹੈ ਅੰਬਿਕਾ ਦੱਤ ਨੇ। ਅੰਬਿਕਾ ਦੱਤ ਜਿਹੜਾ ਗਦ ਕਾਵ ਦੇ ਭੇਦ ਕਰਦੇ ਨੇ। ਕਥਾ ਹੈ, ਸਾਨੂੰ ਪਤਾ ਹੈ, ਕਥਾਨਿਕਾ ਕਥਨ ਕਿਹਾ ਗਿਆ, ਅਲਾਪ, ਆਖਿਆਨ, ਆਖਿਆਕਾ, ਖੰਡ ਕਥਾ, ਪਰ ਕਥਾ, ਸੰਕੀਰਣ, 9 ਭੇਦ ਜਿਹੜੇ ਨੇ ਕੀਤੇ ਨੇ। ਅਤੇ ਗਦ ਕਾਵ ਨੂੰ ਉਪਨਿਆਸ ਦਾ ਨਾਮ ਵੀ ਦਿੱਤਾ। ਉਪਨਿਆਸ ਆ ਜਾਂਦਾ ਹੈ ਜਿਸ ਨੂੰ ਅਸੀਂ ਆਧੁਨਿਕ ਉਹਦੇ ਵਿੱਚ ਨਾਵਲ ਦੇ ਨਾਂ ਨਾਲ ਜੋੜਦੇ ਹਾਂ, ਜਿਹਦੇ ਵਿੱਚ ਇਸ ਕਿਸਮ ਦਾ ਵੇਰਵਾ ਜਾਂ ਬਿਰਤਾਂਤ ਜਿਹੜਾ ਹੈ ਸਾਹਿਤ ਹੈ, ਬਿਰਤਾਂਤਕ ਸਾਹਿਤ, ਉਹਦੇ ਵਿੱਚ ਆ ਜਾਂਦਾ ਨਾਵਲ ਦੀ ਕਹਾਣੀ। ਭਾਰਤੀ ਕਾਵ ਸ਼ਾਸਤਰ ਦੇ ਆਚਾਰਿਆ ਦੁਆਰਾ ਪ੍ਰਤਿਪਾਦਿਤ ਪਦ ਕਾਵ ਦੇ ਭੇਦਾਂ ਨੂੰ, ਹੁਣ ਇਹ ਇੰਪੋਰਟੈਂਟ ਹੈ, ਬਹੁਤ ਸਿੰਪਲ ਹੈ, ਇੰਟਰਸਟਿੰਗ ਹੈ। ਅਨਿਬੰਧ ਅਤੇ ਪ੍ਰਬੰਧ। ਅਨਿਬੰਧ, ਪ੍ਰਬੰਧ, ਇੱਕ ਬੰਧ ਤੋਂ ਬਿਨਾਂ ਹੋਵੇ ਤੇ ਦੂਜਾ ਬੰਧ ਦੇ ਨਾਲ ਹੋਵੇ ਪੂਰਾ। ਹੁਣ ਇਹਦੇ ਵਿੱਚ ਕੀ ਹੈ ਕਿ 2 ਕਿਸਮਾਂ ਨੇ। ਅਨੁਬੰਧ ਕਿਸ ਨੂੰ ਕਿਹਾ ਗਿਆ? ਇਸ ਤਰ੍ਹਾਂ ਦੇ ਕਾਵਿ ਦੇ ਵਿੱਚ ਇੱਕ ਤਾਂ 1, 2 ਜਾਂ ਕੁਝ ਜ਼ਿਆਦਾ ਸ਼ਲੋਕਾਂ ਚ ਦੂਜੇ ਸ਼ਲੋਕਾਂ ਨਾਲ ਸੰਬੰਧ ਨਾ ਹੋਣ ਤੇ ਵੀ ਉਸ ਵਿੱਚ ਕਵਿਤਵ ਵਿਦਵਾਨ ਰਹਿੰਦਾ ਹੈ। ਹੁਣ ਸ਼ਲੋਕ ਲਿਖੇ ਜਾਂਦੇ ਨੇ,
ਹੁਣ ਇਹਨਾਂ ਦਾ ਸੰਬੰਧ ਕਿਵੇਂ ਅਸੀਂ ਦੱਸ ਸਕਦੇ ਹਾਂ? ਜਿਵੇਂ ਵੈਸੇ ਚਰਚਾ ਕਰੀਏ ਕਿ ਜਦੋਂ ਇੱਕ ਅਸੀਂ ਕੋਈ ਵੀ ਲੰਮੀ ਕਵਿਤਾ ਪੜ੍ਹਦੇ ਹਾਂ, ਹੈ ਨਾ, ਕੋਈ ਕਹਾਣੀ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਲਗਾਤਾਰਤਾ ਹੁੰਦੀ ਹੈ। ਇੱਕ ਚੀਜ਼ ਦਾ ਦੂਜੀ ਚੀਜ਼ ਨਾਲ ਸੰਬੰਧ ਹੁੰਦਾ, ਤਾਂ ਹੀ ਉਹ ਕੰਪਲੀਟ ਰਚਨਾ ਬਣਦੀ ਹੈ। ਕਵਿਤਾ ਦੇ ਬਰਾਬਰ ਜਦੋਂ ਅਸੀਂ ਗਜ਼ਲ ਪੜ੍ਹਦੇ ਹਾਂ ਤਾਂ ਉਹਦੇ 'ਚ ਹਰੇਕ ਸ਼ੇਅਰ ਦੀ ਆਪਣੀ ਜਿਹੜੀ ਹੈ ਉਹ ਪਹਿਚਾਣ ਹੁੰਦੀ ਹੈ, ਜਾਂ ਉਹਦੇ ਆਪਣੇ ਅਰਥ ਹੁੰਦੇ ਨੇ। ਜ਼ਰੂਰੀ ਨਹੀਂ ਹੈ ਕਿ ਇੱਕ ਸ਼ੇਅਰ ਦੂਜੇ ਸ਼ੇਅਰ ਨਾਲ ਲਗਾਤਾਰਤਾ ਦੇ ਵਿੱਚ ਜੁੜਿਆ ਹੋਵੇ। ਉਹਦਾ ਵਿਸ਼ਾ ਕੁਝ ਹੋਰ ਸਕਦਾ ਹੈ, ਉਹ ਹੋਰ ਕਿਸੇ ਗੱਲ ਵੱਲ ਇਸ਼ਾਰਾ ਕਰਦਾ ਹੈ, ਮਤਲਬ ਕਿ ਟੁੱਟਵੇਂ ਰੂਪ ਦੇ ਵਿੱਚ ਹਰੇਕ ਸ਼ੇਅਰ ਆਪਣੇ ਆਪ ਦੇ ਵਿੱਚ ਕੰਪਲੀਟ ਜਿਹੜਾ ਹੁੰਦਾ। ਹੁਣ ਇਹਨੂੰ ਉਹ ਕੀ ਕਹਿੰਦੇ ਨੇ, ਜਿਹੜਾ ਅਨਿਬੰਧ ਹੈ, ਜਿਹੜਾ ਪ੍ਰਬੰਧ ਨਹੀਂ ਹੈ, ਕਿ ਜਿਹਦੇ ਵਿੱਚ ਇੱਕ ਦੋ ਜਾਂ ਕੁਝ ਜ਼ਿਆਦਾ ਸ਼ਲੋਕਾਂ 'ਚ, ਯਾਨੀ ਕਿ ਦੂਜੇ ਸ਼ਲੋਕਾਂ ਨਾਲ ਸੰਬੰਧ ਨਾ ਹੋਵੇ, ਇੱਕ ਸ਼ਲੋਕ ਦਾ ਦੂਜੇ ਸ਼ਲੋਕ ਨਾਲ ਸੰਬੰਧ ਨਾ ਹੋਵੇ। ਇਸ ਸੰਬੰਧ ਨਾ ਹੋਣ ਤੇ ਬਾਵਜੂਦ, ਮਤਲਬ ਕਿ ਉਹ ਟੁੱਟਿਆ ਹੋਵੇ, ਇੱਕ ਦੂਜੇ ਨਾਲ ਸੰਬੰਧ ਅਲੱਗ-ਅਲੱਗ ਪਏ ਹੋਣ ਜਿਹੜੇ ਸ਼ਲੋਕ ਨੇ, ਪਰ ਫਿਰ ਵੀ ਉਹਦੇ ਵਿੱਚ ਕਾਵ ਦੇ ਗੁਣ ਮੌਜੂਦ ਹੋਣ, ਯਾਨੀ ਕਿ ਕਾਵਪੁਣਾ, ਕਾਵਤਵ ਉਹਦਾ ਜਿਹੜਾ ਹੈ ਉਹ ਹੋਵੇ ਉਹਦੇ ਵਿੱਚ, ਉਸਨੂੰ ਅਨਿਬੰਧ ਕਾਵ ਕਿਹਾ ਜਾਂਦਾ ਹੈ। ਇਹਨੂੰ ਮੁਕਤਕ ਕਾਵ ਵੀ ਕਿਹਾ ਜਾਂਦਾ ਹੈ। ਮੁਕਤਕ, ਇੱਕ ਸ਼ਲੋਕ ਦੂਜੇ ਨਾਲੋਂ ਮੁਕਤ ਹੈ, ਫ੍ਰੀ ਫਾਰਮ ਦੇ ਵਿੱਚ ਹੈ, ਆਪਣੇ ਆਪ ਦੇ ਵਿੱਚ ਕੰਪਲੀਟ ਹੈ, ਤਾਂ ਉਸਨੂੰ ਮੁਕਤਕ ਕਾਵ ਵੀ ਕਿਹਾ ਜਾਂਦਾ ਹੈ। ਛੋਟੇ ਛੋਟੇ ਰੂਪ ਉਹਦੇ ਵਿੱਚ ਜੁੜੇ ਹੋਏ ਨੇ, ਮੁਕਤ ਰੂਪ ਉਹਦੇ ਵਿੱਚ ਜੁੜੇ ਹੋਏ ਨੇ ਉਸ ਰਚਨਾ ਦੇ ਵਿੱਚ, ਪਰ ਉਹ ਆਪਸ ਦੇ ਵਿੱਚ ਅੰਤਰ ਸੰਬੰਧਿਤ ਨਹੀਂ ਹੈਗੇ, ਤਾਂ ਅਜਿਹੇ ਕਾਵ ਨੂੰ ਅਨਿਬੰਧ ਕਾਵ ਕਿਹਾ ਜਾਂਦਾ ਹੈ। ਫਿਰ ਇਹਦੇ ਵਿੱਚ ਅੱਗੋਂ ਨੇ ਵੰਡ ਕਰੀ, ਜਿਹਦੇ ਵਿੱਚ ਇੱਕੋ ਹੀ ਸ਼ਲੋਕ ਹੋਵੇ, ਦੂਜੇ ਸ਼ਲੋਕ ਦੀ ਜ਼ਰੂਰਤ ਤੋਂ ਬਿਨਾਂ ਹੀ ਪੂਰਾ ਹੋਵੇ, ਉਦੋਂ ਮੁਕਤਕ ਕਾਵ। ਜਿਵੇਂ ਇੱਕ ਰੁਬਾਈ ਹੋ ਗਈ ਆਧੁਨਿਕ ਉਹਦੇ ਵਿੱਚ, ਜੇ ਆਪਾਂ ਕਹਿੰਦੇ ਹਾਂ, ਜਾਂ ਇੱਕ ਕੰਪਲੀਟ ਸ਼ੇਅਰ ਹੋ ਗਿਆ, ਉਸਨੂੰ ਉਸਨੇ ਕਿਹਾ ਮੁਕਤਕ ਕਾਵ। ਜਦੋਂ ਆਪਸੀ ਸੰਬੰਧ ਵਾਲੇ ਦੋ ਸ਼ਲੋਕ ਹੋਣ, ਫਿਰ ਉਸਨੇ ਕਿਹਾ ਯੁਗਮਕ ਕਾਵ। ਯੁਗਮ ਹੋ ਜਾਂਦਾ ਹੈ ਦੋ ਚੀਜ਼ਾਂ ਦਾ ਮਿਲਾਪ, ਯੁਗਮ, ਕਿ ਦੋ ਸ਼ਲੋਕ ਨੇ ਆਪਸ 'ਚ ਜੁੜੇ ਹੋਏ ਨੇ। ਉਹ ਇੱਕ ਸ਼ਲੋਕ ਹੈ ਇਕੱਲਾ, ਮੁਕਤ ਹੈ, ਫ੍ਰੀ ਹੈ, ਸੁਤੰਤਰ ਹੈ, ਉਹ ਮੁਕਤਕ ਕਾਵ। ਜੇ ਦੋ ਨੇ ਯੁਗਮ ਬਣ ਗਿਆ ਯੁਗਮਕ ਕਾਵ। ਜੇ ਤਿੰਨ ਸ਼ਲੋਕ ਜੁੜੇ ਹੋਏ ਨੇ ਤਾਂ ਸੰਧਾਨਿਤਕ ਕਾਵ। ਜੇ ਚਾਰ ਜੁੜੇ ਹੋਏ ਨੇ ਤਾਂ ਕਲਾਪਕ ਕਾਵ। ਜੇ ਪੰਜ ਜੁੜੇ ਹੋਏ ਨੇ ਤਾਂ ਕੁਲਕ ਕਾਵ। ਇਹ ਉਹਨੇ ਨਾਂ ਦਿੱਤਾ। ਕਿਸ ਆਧਾਰ ਤੇ? ਇਹ ਸਾਰਾ ਕੀ ਹੈ? ਅਨਿਬੰਧ। ਇਹ ਹੈ ਉਹਨੇ ਡਿਫਾਈਨ ਕਰਿਆ ਕਿ ਕਾਵ ਅੱਗੋਂ ਜਿਹੜਾ ਹੈ ਦੋ ਕਿਸਮ, ਅਨਿਬੰਧ ਤੇ ਪ੍ਰਬੰਧ। ਜਿਹੜਾ ਪ੍ਰਬੰਧ ਕਾਵ ਹੈ, ਹੁਣ ਇਹ ਕੀ ਹੈ? ਪ੍ਰਬੰਧ ਕਾਵ ਕੀ ਹੈ? ਜਿਹਦੇ ਵਿੱਚ ਸੁਨਿਯੋਜਿਤ, ਅੱਛੀ ਤਰ੍ਹਾਂ ਪਲਾਨਡ ਕੀਤੀ ਹੋਈ ਲੰਮੀ ਕਥਾ ਹੋਵੇ, ਉਸਨੂੰ ਪ੍ਰਬੰਧ ਕਾਵ ਹੈ। ਉਹਦਾ ਪ੍ਰਬੰਧ, ਉਹਦਾ ਬਣਤਰ, ਉਹਦਾ ਸਟਰਕਚਰ ਸੁਨਿਯੋਜਿਤ ਹੋਵੇ, ਇੱਕ ਘਟਨਾ ਦੂਜੀ ਘਟਨਾ ਨਾਲ ਜੁੜੀ ਹੋਵੇ, ਲੰਮੇਰੀ ਰਚਨਾ ਹੋਵੇ, ਲੰਮੀ ਕਥਾ ਹੋਵੇ, ਉਸਨੂੰ ਪ੍ਰਬੰਧ ਕਾਵ ਕਿਹਾ। ਅਤੇ ਇਸ ਦੇ ਮਹਾਕਾਵ ਅਤੇ ਖੰਡ ਕਾਵ ਦੋ ਭੇਦ ਕੀਤੇ। ਮਹਾਕਾਵ, ਮਹਾ ਮਤਲਬ ਕਿ ਹਿਊਜ, ਮੈਗਾ, ਵੱਡਾ, ਉਹ ਰਚਨਾ ਮਹਾਕਾਵ ਹੋ ਗਈ। ਖੰਡ ਕਾਵ, ਜਿਹਦੇ ਚ ਗੁਣ ਤਾਂ ਮਹਾਕਾਵ ਵਰਗੇ ਹੀ ਹੋਣ ਪਰ ਰੂਪ ਉਹਦਾ ਛੋਟਾ ਹੋਵੇ, ਮਿਨੀਏਚਰ ਹੋਵੇ। ਇੱਕ ਹਿਊਜ ਹੈ, ਉਹ ਵੀ ਕੰਪਲੀਟ ਰਚਨਾ ਹੈ। ਇੱਕ ਖੰਡ ਕਾਵ ਹੈ, ਮਿਨੀਏਚਰ ਹੈ, ਛੋਟਾ ਹੈ ਉਹਦਾ ਰੂਪ, ਪਰ ਗੁਣ ਦੋਨਾਂ ਦੇ ਇੱਕੋ ਜਿਹੇ ਨੇ, ਉਸਨੂੰ ਖੰਡ ਕਾਵ ਕਿਹਾ। ਮਹਾਕਾਵ ਦੇ ਸਰੂਪ ਦਾ ਵਿਸਤ੍ਰਿਤ ਵਿਵੇਚਨ ਕਰਦੇ ਹੋਏ ਭਾਮਾ, ਦੰਡੀ, ਰੁਦਰਟ, ਵਿਸ਼ਵਨਾਥ ਆਦਿ ਆਚਾਰਿਆ ਨੇ ਮਹਾਕਾਵ ਨੂੰ ਅਤ ਵਿਸਥਾਰ, ਬਹੁਤ ਲੰਮਾ ਵਿਸਥਾਰ ਵਾਲਾ ਕਥਾਨਕ ਕਿਹਾ ਹੈ। ਕਥਾਨਕ ਸਾਨੂੰ ਪਤਾ ਹੈ ਕੀ ਹੁੰਦਾ ਹੈ? ਕਥਾ ਦਾ ਜਿੰਨਾ ਵੀ ਆਪਾਂ ਕਹਿੰਦੇ ਕਿ ਉਹਦੀ ਰੂਪ ਰੇਖਾ ਹੈ, ਬਣਤਰ ਹੈ। ਅਤੇ ਇਸ ਦਾ ਵਿਭਾਜਨ ਸਰਗਾਂ 'ਚ ਕੀਤਾ ਜਾਂਦਾ ਹੈ। ਜਿਵੇਂ ਆਪਾਂ ਕੋਈ ਬਹੁਤ ਲੰਮੀ ਰਚਨਾ ਕਰਦੇ ਹਾਂ ਤਾਂ ਉਹਦੇ ਵਿੱਚ ਵੰਡ ਹੁੰਦੀ ਹੈ। ਹਰੇਕ ਸਰਗ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਕੰਪਲੀਟ ਵੀ ਹੁੰਦਾ ਹੈ, ਪਰ ਦੂਜੇ ਨਾਲ ਉਹ ਜੁੜਿਆ ਵੀ ਹੁੰਦਾ ਹੈ। ਮਹਾਕਾਵ ਜਿਵੇਂ ਰਾਮਾਇਣ ਹੋ ਗਿਆ, ਮਹਾਭਾਰਤ ਹੋ ਗਿਆ। ਮਹਾਭਾਰਤ ਦੇ ਵਿੱਚ ਵੀ ਕਿੰਨੇ ਅਸੀਂ ਕਹਿ ਸਕਦੇ ਹਾਂ ਕਿ ਸਰਗਾਂ ਦੇ ਵਿੱਚ ਵੰਡਿਆ ਹੋਇਆ। ਉਹਦੇ ਵਿੱਚ ਵੱਡੀ ਕਥਾ ਦੇ ਵਿੱਚ ਅੱਗੋਂ ਅਨੇਕ ਕਥਾਵਾਂ ਇਸ ਤਰੀਕੇ ਨਾਲ ਜੁੜੀਆਂ ਹੋਈਆਂ ਨੇ ਕਿ ਉਹ ਲੰਮੀ ਕਥਾ, ਮਹਾਵਿਰਤਾਂਤ ਜਿਹੜਾ ਹੈ, ਮਹਾਵਿਸਤਾਰ ਵਾਲੀ ਰਚਨਾ ਬਣ ਜਾਂਦੀ ਹੈ। ਖੰਡ ਕਾਵ ਦਾ ਸਰੂਪ ਤਾਂ ਮਹਾਕਾਵ ਵਰਗਾ ਹੀ ਹੁੰਦਾ ਹੈ। ਅਸਲ ਵਿੱਚ ਇਹ ਮਹਾਕਾਵ ਦੇ ਇੱਕ ਅੰਸ਼ ਦਾ ਅਨੁਸਰਨ ਕਰਨ ਵਾਲਾ ਹੁੰਦਾ ਹੈ। ਜਿਵੇਂ ਇੱਕ ਸਰਗ ਕੰਪਲੀਟ ਹੋਵੇ, ਛੋਟੀ ਰਚਨਾ ਹੋਵੇ, ਪਰ ਉਹਦੇ 'ਚ ਇਹ ਨਹੀਂ ਕਹਿ ਸਕਦੇ ਕਿ ਮਹਾਕਾਵ ਵਾਲੇ ਗੁਣ ਨਹੀਂ ਹੁੰਦੇ। ਉਹਦੇ 'ਚ ਵੀ ਕਥਾ ਹੁੰਦੀ ਹੈ, ਸਾਰਾ ਵਰਣਨ ਹੁੰਦਾ, ਪਰ ਸਿਰਫ ਇਹਦਾ ਰੂਪ ਜਿਹੜਾ ਹੈ ਉਹ ਅਤ ਵਿਸਤਾਰ ਵਾਲਾ ਨਾ ਹੋ ਕੇ ਥੋੜਾ ਜਿਹਾ ਸੰਕੁਚਿਤ ਹੁੰਦਾ ਹੈ। ਪਰ ਇਸ ਦਾ ਕਥਾਨਕ ਅਤੇ ਆਕਾਰ ਹੀ ਛੋਟਾ ਹੁੰਦਾ ਹੈ। ਇਸ ਤੋਂ ਇਲਾਵਾ ਦੰਡੀ ਅਤੇ ਵਿਸ਼ਵਨਾਥ ਨੇ ਪਦ ਕਾਵ ਦਾ ਇੱਕ ਹੋਰ ਕੋਸ਼ ਨਾਮ ਦਾ ਭੇਦ ਵੀ, ਇਹਨੂੰ ਪਦ ਕਾਵ ਜਿਹੜਾ ਹੈ ਕਿਹਾ ਗਿਆ, ਜਿਸ ਵਿੱਚ ਇੱਕ ਹੀ ਵਿਸ਼ੇ ਦੇ ਉੱਤੇ ਪਰ ਇੱਕ ਦੂਜੇ ਨਾਲ ਨਾ ਜੁੜੇ ਹੋਏ ਸ਼ਲੋਕਾਂ ਦਾ ਸੰਗ੍ਰਹਿ ਰਹਿੰਦਾ ਹੈ। ਹੁਣ ਜੁੜੇ ਤਾਂ ਹੋਏ ਨਹੀਂ ਆਪਸ ਦੇ ਵਿੱਚ, ਪਰ ਵਿਸ਼ਾ ਇੱਕੋ ਜਿਹਾ ਹੈ। ਇੱਕੋ ਹੀ ਵਿਸ਼ੇ ਦੇ ਉੱਤੇ ਅਲੱਗ-ਅਲੱਗ ਤਰੀਕੇ ਨਾਲ ਜਿਹੜੇ ਨੇ ਸ਼ਲੋਕ ਲਿਖੇ ਗਏ ਨੇ, ਉਹ ਅਲੱਗ-ਅਲੱਗ ਪਦ ਜੁੜੇ ਹੋਏ ਨੇ।
ਉਹਨਾਂ ਨੂੰ ਪਦਾਂ ਦੇ ਇਕੱਤਰ ਰੂਪ ਦੇ ਵਿੱਚ ਉਸ ਰਚਨਾ ਨੂੰ ਪਦ ਕਾਵਿ ਕਿਹਾ ਜਾਂਦਾ ਹੈ। ਅੱਗੇ ਹੈ ਭਾਰਤੀ ਕਾਵਿ ਸ਼ਾਸਤਰ। ਸਧਾਰਨ ਤੌਰ ਤੇ ਗਦ ਅਤੇ ਪਦ ਮਿਸ਼ਰਿਤ ਕਿਰਤ ਨੂੰ ਚੰਪੂ ਕਿਹਾ ਜਾਂਦਾ, ਜਿਹਦੇ ਵਿੱਚ ਦੋਨੋਂ ਗੁਣ ਹੋਣ, ਮਤਲਬ ਕਿ ਗਦ ਵਾਲੇ ਵੀ ਗੁਣ ਹੋਣ ਅਤੇ ਪਦ ਵਾਲੇ ਵੀ ਗੁਣ ਹੋਣ। ਅਜਿਹੀ ਰਚਨਾ ਨੂੰ ਚੰਪੂ ਸ਼ਬਦ ਵੀ ਉਹਦੇ ਲਈ ਚੰਪੂ ਕਾਵਿ, ਚੰਪੂ ਸਾਹਿਤ ਵੀ ਜਿਹੜਾ ਉਹਦੇ ਲਈ ਸ਼ਬਦ ਵਰਤੇ ਜਾਂਦੇ, ਜਿਸ ਦੇ ਵਿਸ਼ਵਨਾਥ ਨੇ ਵਿਰੁੱਧ ਅਤੇ ਕਰੰਭਕ ਦੋ ਭੇਦ ਕੀਤੇ ਨੇ। ਵਿਰੁੱਧ ਗਦ ਪਦ ਦੋਹਾਂ ਦੇ ਇਕੱਠੇ ਰੂਪ ਨਾਲ ਕਿਸੇ ਰਾਜਾ ਦੀ ਉਸਤਤੀ ਕੀਤੀ ਜਾਂਦੀ ਹੈ ਅਤੇ ਕਰੰਭਕ ਦੀ ਰਚਨਾ ਦੇ ਵਿੱਚ ਅਨੇਕ ਭਾਸ਼ਾ ਦੇ ਵਿੱਚ ਹੁੰਦੀ ਹੈ ਤੇ ਇਸ ਦਾ ਵਿਸ਼ਾ ਵਿਰੁੱਧ ਵਾਲਾ ਹੀ ਹੁੰਦਾ ਹੈ। ਅਨੇਕ ਰਚਨਾ ਅਨੇਕ ਭਾਸ਼ਾਵਾਂ ਦੇ ਵਿੱਚੋਂ ਕੀਤੀ ਜਾਂਦੀ ਹੈ ਤਾਂ ਉਹ ਕਰੰਭਕ ਕਾਵਿ ਹੋ ਜਾਂਦਾ ਹੈ। ਵਿਰੁੱਧ ਕਾਵਿ ਗਦ ਅਤੇ ਪਦ ਦੋਹਾਂ ਦਾ ਇਕੱਠੇ ਰੂਪ ਦੇ ਵਿੱਚ ਵਰਤਿਆ ਜਾਣਾ। ਗਦ ਪੱਖ ਵੀ ਹੈ ਉਹਦੇ ਵਿੱਚ, ਰੂਪ ਵੀ ਹੈ ਔਰ ਪਦ ਰੂਪ ਵੀ ਮਿਲਦੇ ਨੇ। ਕਿਸੇ ਰਾਜਾ ਦੀ ਉਸਤਤੀ, ਪ੍ਰਸ਼ੰਸਾਮਈ ਜਿਹੜਾ ਹੈ ਕਾਵਿ ਹੁੰਦਾ ਹੈ, ਇਸ ਨੂੰ ਵਿਰੁੱਧ ਕਾਵਿ ਕਿਹਾ ਜਾਂਦਾ ਹੈ। ਇਹ ਸੀਗਾ ਸਾਡਾ ਜਿਹੜੀ ਪਹਿਲੀ ਵੰਡ ਹੈ ਬੇਟੇ, ਜਿਹੜਾ ਕਾਵਿ ਹੈ ਉਹਦੇ ਰੂਪ ਜਾਂ ਆਕਾਰ ਦੇ ਆਧਾਰ ਤੇ। ਹੁਣ ਆਕਾਰ ਦੇ ਵਿੱਚ ਅਸੀਂ ਨੇ ਕਰ ਲਿਆ ਕਿ ਮਹਾਕਾਵਿ ਵੀ ਨੇ, ਹੈ ਨਾ, ਤੇ ਸਿੰਪਲੀ ਉਹਦੇ ਵਿੱਚ ਮੁਕਤਕ ਕਾਵਿ ਵੀ ਨੇ, ਖੰਡ ਕਾਵਿ ਵੀ ਨੇ। ਤਾਂ ਇਸ ਕਿਸਮ ਦੀ ਜਿਹੜੀ ਹੈ ਰੂਪ ਦੇ ਆਧਾਰ ਤੇ ਵੰਡ ਉਹ ਆਚਾਰਿਆ ਲੋਕਾਂ ਨੇ ਕੀਤੀ ਹੈ। ਇਹਨੂੰ ਅਸੀਂ ਟੇਬਲ ਰੂਪ ਦੇ ਵਿੱਚ ਬੇਟੇ ਨਾਲੋਂ ਨਾਲ ਯਾਦ ਵੀ ਕਰਾਂਗੇ। ਹੁਣ ਇਹ ਅੱਜ ਹੀ ਇੰਨਾ ਕੁ ਜਿਵੇਂ ਆਪਾਂ ਨੇ ਕਰਿਆ, ਇਹਨੂੰ ਤੁਸੀਂ ਸਿੰਪਲੀ ਇਹਦਾ ਇੱਕ ਟੇਬਲ ਛੋਟਾ ਜਿਹਾ ਬਣਾ ਲਓ। ਟੇਬਲ ਕਿਵੇਂ ਬਣਾਵਾਂਗੇ? ਇੱਕ ਪਾਸੇ ਆਚਾਰਿਆ ਦਾ ਨਾਮ ਲਿਖ ਲਵਾਂਗੇ, ਦੂਜੇ ਪਾਸੇ ਉਹਦੀ ਵੰਡ ਲਿਖ ਲਵਾਂਗੇ। ਆਚਾਰਿਆ ਦਾ ਨਾਮ ਲਿਖ ਲਵਾਂਗੇ, ਵੰਡ ਲਿਖ ਲਵਾਂਗੇ, ਤਾਂ ਸਾਡੇ ਕੋਲ 4-5 ਵੰਡਾਂ ਜਿਹੜੀਆਂ ਨੇ ਉਹ ਬਾਹਰੀ ਰੂਪ ਦੇ ਆਧਾਰ ਤੇ ਮਿਲ ਜਾਣਗੀਆਂ। ਗਿਣਤੀ ਲਿਖ ਲਓ। ਮੇਨ ਜਿਹੜੀ ਜ਼ਿਆਦਾ ਬਰੀਕੀ ਦੇ ਵਿੱਚ ਜ਼ਿਆਦਾ ਗਿਣਤੀਆਂ ਨੇ, ਜਿਵੇਂ 23 ਤੱਕ ਚਲਾ ਗਿਆ। ਦ੍ਰਿਸ਼ਕਾਵ ਦਾ ਅੱਗੋਂ ਰੂਪਕ ਪੱਖ ਜਿਹੜਾ ਹੈ ਉਹਦਾ ਕਾਊਂਟ ਹੀ ਠੀਕ ਹੈ। ਪਰ ਜਿਹੜੀਆਂ ਛੋਟੀਆਂ ਵੰਡਾਂ ਨੇ, ਜਿਹੜੀਆਂ 4 ਤੋਂ 5 ਰੂਪਾਂ ਤੱਕ ਵੰਡਾਂ ਨੇ, ਉਹਨਾਂ ਨੂੰ ਅਸੀਂ ਡਾਇਗਰਾਮੈਟਿਕਲੀ ਬਣਾ ਲਵਾਂਗੇ ਕਿ ਕਿਹੜੇ ਵਿਦਵਾਨ ਨੇ ਕਿਸ ਚੀਜ਼ ਦੀ ਵੰਡ ਕਰੀਏ। ਉਹ ਸਾਰਾ ਡਾਇਗਰਾਮ ਬਣਾ ਕੇ ਐਰੋ ਲਗਾ ਕੇ ਫਿਰ ਅਸੀਂ ਬਣਾਵਾਂਗੇ। ਇੱਕ ਤਾਂ ਉਹ ਅਟਰੈਕਟਿਵ ਬਣ ਜਾਂਦਾ ਹੈ, ਇੱਕਦਮ ਸਮਝ ਆ ਜਾਂਦੀ ਹੈ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਦੂਸਰੀ ਗੱਲ ਇਹ ਕਿ ਸਾਨੂੰ ਚੇਤੇ ਜਾਂ ਯਾਦ ਰੱਖਣਾ ਜਾਂ ਸਾਡੀ ਪਕੜ ਦੇ ਵਿੱਚ ਉਹ ਚੀਜ਼ ਸੌਖਿਆਂ ਆ ਜਾਂਦੀ ਹੈ। ਇਹਦਾ ਅਗਲਾ ਲੈਕਚਰ ਜਿਹੜਾ ਨੈਕਸਟ ਹੋਏਗਾ, ਉਹ ਅਸੀਂ ਇਹਦੇ ਅਗਲਾ ਜਿਹੜਾ ਸਾਡੇ ਕੋਲ ਵੰਡ ਹੈਗੀ ਹੈ, ਸੈਕਿੰਡ ਵੰਡ ਹੈਗੀ ਹੈ, ਅਸੀਂ ਕਰਾਂਗੇ ਅਰਥ ਦੇ ਆਧਾਰ ਤੇ। ਜਿਹੜੇ ਨੋਟਸ ਨੇ ਮੈਂ ਇਕੱਠੇ ਭੇਜਦੇ ਨੇ, ਪਰ ਇਹਦੇ ਵਿੱਚ 2 ਲੈਕਚਰ ਲੱਗਣਗੇ। ਇਹਦਾ ਇੱਕ ਅਗਲਾ ਲੈਕਚਰ, ਉਹਦੇ 'ਚ ਇਹ ਆਪਣਾ ਟੌਪਿਕ ਪੂਰਾ ਹੋ ਜਾਏਗਾ। 2 ਲੈਕਚਰਸ ਨੇ ਪਰ ਨੋਟਸ ਇੱਕ ਆਉਣਗੇ ਤੁਹਾਨੂੰ, 2 ਵੀਡੀਓਜ਼ ਤੇ ਇੱਕ ਨੋਟਸ ਦੀ ਜਿਹੜੀ ਹੈ PDF ਆਏਗੀ। ਓਕੇ, ਜੇਕਰ ਕੋਈ ਕੁਐਸਚਨ ਹੈ ਤਾਂ WhatsApp ਵੀ ਕਰ ਸਕਦੇ ਹੋ ਔਰ Google ਕਲਾਸਰੂਮ ਦੇ ਮੈਸੇਜ ਬਾਕਸ ਦੇ ਵਿੱਚ ਵੀ ਆਪਣੀ ਗੱਲ ਰੱਖ ਸਕਦੇ ਹੋ। ਥੈਂਕਸ ਅ ਲੋਟ।